ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 299 ਤੋਂ ਲੈ ਕੇ 300 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਸ਼ਲੋਕ ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨ ਕਾਮ ਪਤਿਤ ਉਦਾਹਰਣ ਮਨ ਬਸੈ ਨਾਨਕ ਛੂਟੈ ਨਾਮ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਸੰਸਾਰ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੈ ਅਤੇ ਉਹਦੇ ਅਧੀਨ ਹੀ ਜ਼ਿਆਦਾਤਰ ਜੀਵ ਆਪਣਾ ਜੀਵਨ ਬਤੀਤ ਕਰਦੇ ਨੇ। ਇਸ ਕਰਕੇ ਫਿਰ ਉਹਨਾਂ ਦੇ ਸਾਰੇ ਕੰਮ ਨੇਪਰੇ ਨਹੀਂ ਚੜ੍ਹਦੇ ਹੈਗੇ। ਕਹਿੰਦੇ ਕਿਉਂਕਿ ਉਹ ਪਰਮਾਤਮਾ ਜੋ ਕਿ ਵਿਕਾਰੀਆਂ ਨੂੰ ਉਧਾਰਨ ਵਾਲਾ ਹੈ, ਪਤਿਤ ਨੂੰ ਪਾਵਨ ਕਰਨ ਵਾਲਾ ਹੈ, ਕਹਿੰਦੇ ਉਹਦਾ ਨਾਮ ਨਹੀਂ ਜਪਦੇ। ਜੇ ਕਹਿੰਦੇ ਉਹਦਾ ਨਾਮ ਜਪਣ ਫੇਰ ਹੀ ਕਹਿੰਦੇ ਉਹ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਰ ਸਕਦੇ ਹਨ ਤੇ ਉਹ ਪਰਮਾਤਮਾ ਮਨ 'ਚ ਆ ਵਸੇ। ਪੌੜੀ ਤ੍ਰੌਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ। ਤ੍ਰੌਦਸੀ ਕਹਿੰਦੇ ਨੇ ਜਿਹੜੀ 13ਵੀਂ ਤਿਥ ਆ, ਕਹਿੰਦੇ ਉਹਦਾ ਵੀ ਇਹੀ ਉਪਦੇਸ਼ ਹੈ ਕਿ ਸੰਸਾਰ ਮਾਇਆ ਦੇ ਤਿੰਨਾਂ ਗੁਣਾਂ ਦੇ ਤਾਪ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ ਅਤੇ ਇਸੇ ਕਰਕੇ ਹੀ ਫਿਰ ਜੀਵ ਨਰਕ ਸੁਰਗ ਭਾਵ ਕਿ ਆਵਾਗਮਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ। ਉਹਨਾਂ ਦਾ ਮੁੜ ਮੁੜ ਕੇ ਜਨਮ ਮਰਨ ਹੁੰਦਾ ਰਹਿੰਦਾ। ਹਰ ਹਰ ਭਜਨ ਨਾ ਮਨ ਮਹਿ ਆਇਓ ਸੁਖ ਸਾਗਰ ਪ੍ਰਭ ਨਿਮਖ ਨ ਗਾਇਓ। ਕਹਿੰਦੇ ਉਹ ਜੀਵ ਜਿਹੜੇ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕਰਦੇ, ਇੱਕ ਪਲ ਲਈ ਵੀ ਉਹਦਾ ਨਾਮ ਨਹੀਂ ਜਪਦੇ, ਉਹਨਾਂ ਦੇ ਨਾਲ ਇਹ ਸਾਰੀਆਂ ਗੱਲਾਂ ਵਾਪਰਦੀਆਂ ਨੇ ਕਿ ਉਹ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਰਹਿੰਦੇ ਨੇ ਆਪਣੇ ਜੀਵਨ ਦੌਰਾਨ ਅਤੇ ਉਹਨਾਂ ਨੂੰ ਫਿਰ ਆਵਾਗਮਨ ਦਾ ਚੱਕਰ ਵੀ ਬਣ ਜਾਂਦਾ ਹੈ। ਹਰਖ ਸੋਗ ਕਾ ਦੇਹ ਕਰ ਬਾਧਿਓ ਦੀਰਘ ਰੋਗ ਮਾਇਆ ਆਸਾਧਿਓ। ਕਹਿੰਦੇ ਉਹਨਾਂ ਦਾ ਫਿਰ ਜਿਹੜਾ ਇਹ ਸਰੀਰ ਆ ਉਹ ਤਾਂ ਜਿਵੇਂ ਵੀ ਇਹ ਖੁਸ਼ੀ ਗਮੀ ਦੀ ਲਈ ਇੱਕ ਜਿਵੇਂ ਅੱਡਾ ਬਣਿਆ ਹੁੰਦਾ ਵੀ ਇਸ ਤਰ੍ਹਾਂ ਹੈ। ਫਿਰ ਕਹਿੰਦੇ ਜਿਹੜਾ ਮਾਇਆ ਦਾ ਲੰਬਾ ਰੋਗ ਆ ਜਿਹੜਾ ਹਟਣ ਦਾ ਨਾਂ ਨਹੀਂ ਲੈਂਦਾ ਜੀਵ ਦੇ ਪਿੱਛੋਂ, ਕਹਿੰਦੇ ਉਹ ਵੀ ਫਿਰ ਮਾਇਆ ਦੇ ਇਸ ਰੋਗ ਦੇ ਨਾਲ ਵੀ ਜੀਵ ਗ੍ਰਸੇ ਰਹਿੰਦੇ ਨੇ। ਵਾਹਿਗੁਰੂ ਜੀ। ਦਿਨੇ ਵਿਕਾਰ ਕਰਤ ਸਰਮ ਪਾਇਓ ਨੈਣੀ ਨੀਂਦ ਸੁਪਨ ਬਰੜਾਇਓ। ਜਿਹੜੇ ਜੀਵ ਫਿਰ ਕਹਿੰਦੇ ਇਸ ਮਾਇਆ ਦੇ ਚੱਕਰ ਦੇ ਵਿੱਚ ਸਾਰਾ ਦਿਨ ਅਣਥੱਕ ਮਿਹਨਤ ਕਰਦੇ ਨੇ ਵੀ ਇਹਦੇ ਲਈ ਭੱਜ ਦੌੜ ਰਹਿੰਦੀ ਆ, ਰਾਤ ਨੂੰ ਵੀ ਫਿਰ ਕਹਿੰਦੇ ਉਹਨਾਂ ਨੂੰ ਕੋਈ ਚੰਗੀ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਸੁਪਨੇ ਵੀ ਫਿਰ ਮਾਇਆ ਦੇ ਹੀ ਆਉਂਦੇ ਰਹਿੰਦੇ ਨੇ। ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ। ਨਾਨਕ ਜੀ ਕਹਿੰਦੇ ਨੇ ਵੀ ਜਿਹੜੇ ਜੀਵ ਪਰਮਾਤਮਾ ਨੂੰ ਵਿਸਾਰ ਦਿੰਦੇ ਨੇ ਉਹਨਾਂ ਦਾ ਫਿਰ ਇਹ ਹਾਲ ਹੁੰਦਾ ਜਿਹੜੀ ਆਪਾਂ ਉੱਪਰ ਗੱਲ ਕਰਕੇ ਆਏ ਹਾਂ ਕਿ ਮਾਇਆ ਦੇ ਵਿੱਚ ਗ੍ਰਸੇ ਹੋਣ ਕਰਕੇ ਨਾ ਤਾਂ ਉਹਨਾਂ ਦਾ ਦਿਨ ਚੰਗਾ ਬੀਤਦਾ, ਨਾ ਹੀ ਫਿਰ ਉਹਨਾਂ ਨੂੰ ਚੰਗੀ ਰਾਤ ਨੂੰ ਨੀਂਦ ਪੈਂਦੀ ਆ, ਸੁਪਨੇ ਦੇ ਵਿੱਚ ਹੀ ਬੁੜਬੁੜਾਉਂਦੇ ਨੇ। ਫਿਰ ਨਾਨਕ ਜੀ ਕਹਿੰਦੇ ਨੇ ਜੀਵ ਨੂੰ ਚਾਹੀਦਾ ਕਿ ਉਸ ਪਰਮਾਤਮਾ ਦੀ ਸ਼ਰਨ ਤੱਕੇ, ਆਸਰਾ ਤੱਕੇ, ਉਹ ਪਰਮਾਤਮਾ ਜੋ ਦਿਆਲੂ ਹੈ। ਸ਼ਲੋਕ 4 ਕੁੰਟ 14 ਪਵਨ ਸਗਲ ਵਿਆਪਤ ਰਾਮ ਨਾਨਕ ਊਨ ਨ ਦੇਖੀਐ ਪੂਰਨਤਾ ਕੇ ਕਾਮ। ਕਹਿੰਦੇ ਪਰਮਾਤਮਾ ਚਾਰੇ ਕੁੰਡਾਂ ਵਿੱਚ 14 ਭਵਨਾਂ ਦੇ ਵਿੱਚ ਹਰ ਇੱਕ ਜਗ੍ਹਾ 'ਤੇ ਵਿਆਪਕ ਆ। ਨਾਨਕ ਜੀ ਕਹਿੰਦੇ ਕਿਤੇ ਵੀ ਪਰਮਾਤਮਾ ਦੇ ਕੰਮਾਂ ਵਿੱਚ ਕੋਈ ਊਣਤਾ ਹੀ ਨਹੀਂ ਹੈਗੀ, ਉਹਦੇ ਕੰਮ ਸਾਰੇ ਹੀ ਸਫਲ ਨੇ, ਉਹਦੇ ਭੰਡਾਰੇ ਹਰ ਇੱਕ ਚੀਜ਼ ਨਾਲ ਭਰੇ ਨੇ।
ਪੌੜੀ 14 4 ਕੁੰਟ ਪ੍ਰਭ ਆਪ, ਸਗਲ ਪਵਨ ਪੂਰਨ ਪ੍ਰਤਾਪ। ਕਹਿੰਦੇ 14 ਲੋਕਾਂ ਵਿੱਚ 4 ਕੁੰਟਾਂ ਵਿੱਚ ਗੱਲ ਕਰੋ, ਸਾਰੇ ਪਾਸੇ ਹੀ ਕਹਿੰਦੇ ਪਰਮਾਤਮਾ ਆਪ ਹੀ ਵਿਆਪਕ ਆ, ਸਾਰੀ ਜਗ੍ਹਾ 'ਤੇ ਉਹਦਾ ਆਪ ਦਾ ਤੇਜ ਪ੍ਰਕਾਸ਼ ਪ੍ਰਤਾਪ ਹੈ। ਦਸੇ ਦਿਸ਼ਾ ਰਵਿਆ ਪ੍ਰਭ ਏਕ, ਧਰਨ ਆਕਾਸ ਸਭ ਮਹਿ ਪ੍ਰਭ ਪੇਖ। ਕਹਿੰਦੇ ਦਸਾਂ ਦਿਸ਼ਾ ਦੇ ਵਿੱਚ ਹੀ ਉਹ ਇੱਕ ਪਰਮਾਤਮਾ ਪਰਿਪੂਰਨ ਹੈ, ਸਾਰੀਆਂ ਜਗ੍ਹਾ 'ਤੇ ਫੈਲਿਆ ਹੋਇਆ ਹੈ। ਧਰਤ ਦੇਖ ਲਓ, ਆਕਾਸ਼ ਦੇਖ ਲਓ, ਸਭ ਜਗ੍ਹਾ 'ਤੇ ਉਹ ਆਪ ਹੀ ਆਪ ਹੈ। ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਰ ਤਹਿ ਬਸੇ ਦਿਆਲ। ਕਹਿੰਦੇ ਉਹ ਦਿਆਲੂ ਪਰਮਾਤਮਾ ਹਰ ਹੀ ਜਗ੍ਹਾ 'ਤੇ, ਜਲ ਵਿੱਚ, ਥਲ 'ਤੇ, ਜੰਗਲਾਂ 'ਚ, ਪਹਾੜਾਂ 'ਤੇ, ਪਤਾਲ 'ਤੇ। ਵਾਹਿਗੁਰੂ ਜੀ, ਕੋਈ ਜਗ੍ਹਾ ਨਹੀਂ ਹੈਗੀ ਜਿੱਥੇ ਉਹ ਪਰਮਾਤਮਾ ਨਹੀਂ ਹੈਗਾ, ਹਰ ਇੱਕ ਜਗ੍ਹਾ 'ਤੇ ਉਹ ਪਰਮਾਤਮਾ ਵਿਆਪਕ ਹੈ। ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ। ਕਹਿੰਦੇ ਸੂਖਮ ਰੂਪ ਵਿੱਚ ਵੀ, ਅਸਥੂਲ ਰੂਪ ਵਿੱਚ ਵੀ, ਦ੍ਰਿਸ਼ਟ ਰੂਪ ਵਿੱਚ ਵੀ, ਅਦ੍ਰਿਸ਼ਟ ਰੂਪ ਵਿੱਚ ਵੀ, ਸਾਰੀਆਂ ਜਗ੍ਹਾ 'ਤੇ ਪਰਮਾਤਮਾ ਆਪ ਹੈ। ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰਿਹਾ ਉਸ ਪਰਮਾਤਮਾ ਦੇ ਨਾਲ ਪਛਾਣ ਪਾਈ ਜਾ ਸਕਦੀ ਹੈ। ਸ਼ਲੋਕ ਆਤਮ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਪੈ ਮਿਟੇ, ਨਾਨਕ ਬਿਨਸੀ ਚਿੰਦ। ਕਹਿੰਦੇ ਜਿਸ ਜੀਵ ਨੇ ਗੁਰੂ ਦੀ ਮੱਤ 'ਤੇ ਚੱਲ ਕੇ ਪਰਮਾਤਮਾ ਦੇ ਗੁਣ ਗਾਏ, ਉਹ ਪਰਮਾਤਮਾ ਜੋ ਇਸ ਧਰਤੀ ਦਾ ਪਾਲਣਹਾਰ ਹੈ, ਕਹਿੰਦੇ ਉਹਨੇ ਆਪਣਾ ਆਤਮ ਜੀਤ ਲਿਆ, ਉਹਨੇ ਆਪਣਾ ਮਨ ਜਿੱਤ ਲਿਆ। ਕਹਿੰਦੇ ਸੰਤ ਦੀ ਕਿਰਪਾ ਦੇ ਨਾਲ ਨਾਨਕ ਜੀ ਕਹਿੰਦੇ ਜੀਵ ਦੇ ਸਾਰੇ ਡਰ, ਸਹਿਮ, ਸਾਰੀਆਂ ਚਿੰਤਾ ਖਤਮ ਹੋ ਜਾਂਦੀਆਂ ਨੇ। ਪੌੜੀ ਅਮਾਵਸ ਆਤਮ ਸੁਖੀ ਬਸੇ, ਪਏ ਸੰਤੋਖ ਦਿਆ ਗੁਰਦੇਵ, ਮਨ ਤਨ ਸੀਤਲ ਸਾਂਤ ਸਹਿਜ ਲਾਗਾ, ਪ੍ਰਭ ਕੀ ਸੇਵ। ਕਹਿੰਦੇ ਅਮਾਵਸ ਦੇ ਜਦੋਂ ਹੁੰਦਾ ਦਿਨ, ਉਦੋਂ ਰਾਤ, ਉਦੋਂ ਫਿਰ ਕਹਿੰਦੇ ਬਿਲਕੁਲ ਉਹ ਕਾਲੀ ਬੋਲੀ ਰਾਤ ਹੁੰਦੀ ਆ। ਕਹਿੰਦੇ ਪਰ ਜਿਸ ਜੀਵ ਨੂੰ ਕਹਿੰਦੇ ਗੁਰੂ ਨੇ ਸੰਤੋਖ ਦੇ ਦਿੱਤਾ, ਉਹ ਜੀਵ ਅੰਤਰ ਆਤਮੇ ਆਨੰਦ ਵਿੱਚ ਹੋ ਜਾਂਦਾ। ਕਹਿੰਦੇ ਜਿਹੜਾ ਜੀਵ ਪਰਮਾਤਮਾ ਦੀ ਸੇਵਾ ਭਗਤੀ ਵਿੱਚ ਲੱਗ ਗਿਆ, ਉਹਦਾ ਮਨ ਤਨ ਸੀਤਲ ਹੋ ਜਾਂਦਾ ਅਤੇ ਉਹਦੇ ਮਨ ਨੂੰ ਅਤੇ ਉਹਦੀਆਂ ਇੰਦਰੀਆਂ ਨੂੰ ਸ਼ਾਂਤੀ ਆ ਜਾਂਦੀ ਹੈ। ਟੂਟੇ ਬੰਧਨ ਬਹੁ ਵਿਕਾਰ, ਸਫਲ ਪੂਰਨ ਤਾਕੇ ਕਾਮ, ਦੁਰਮਤ ਮਿਟੀ ਹਉਮੈ ਛੁਟੀ, ਸਿਮਰਤ ਹਰਿ ਕੋ ਨਾਮ। ਕਹਿੰਦੇ ਜਿਸ ਜੀਵ ਨੇ ਵੀ ਉਸ ਪਰਮਾਤਮਾ ਦਾ ਨਾਮ ਜਪ ਲਿਆ, ਉਹਦੀ ਮਾੜੀ ਬੁੱਧੀ ਤਿਆਗ ਹੋ ਜਾਂਦੀ ਹੈ, ਉਹਦਾ ਹਉਮੈ ਤਿਆਗ ਹੋ ਜਾਂਦਾ, ਉਹਦੇ ਮਾਇਆ ਦੇ ਬੰਧਨ ਖਤਮ ਹੋ ਜਾਂਦੇ ਨੇ, ਉਹਦੇ ਵਿੱਚੋਂ ਵਿਕਾਰ ਨਿਕਲ ਜਾਂਦੇ ਨੇ, ਫਿਰ ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਸਰਨ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾਗਵਨ, ਆਪ ਤਰਿਆ ਕੁਟੰਬ ਸਿਉ, ਗੁਣ ਗੋਬਿੰਦ ਪ੍ਰਭ ਰਵਨ। ਕਹਿੰਦੇ ਜਿਸ ਜੀਵ ਨੇ ਉਸ ਪਰਮਾਤਮਾ ਦੀ ਸ਼ਰਨ ਲੈ ਲਈ, ਉਹਦੇ ਕਹਿੰਦੇ ਆਉਣ ਜਾਣ ਦਾ, ਦੁਬਾਰਾ ਜਨਮ ਲੈਣ ਦਾ ਚੱਕਰ ਖਤਮ ਹੋ ਗਿਆ। ਪਰਮਾਤਮਾ ਦੇ ਗੁਣ ਗਾ ਕੇ ਜੀਵ ਕਹਿੰਦੇ ਆਪ ਆਪਣੇ ਪਰਿਵਾਰ ਸਮੇਤ ਇਸ ਸੰਸਾਰ ਦੇ ਭਵਜਲ ਤੋਂ ਤਰ ਜਾਂਦਾ ਹੈ। ਹਰਿ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ, ਗੁਰ ਪੂਰੇ ਤੇ ਪਾਇਆ, ਨਾਨਕ ਸੁਖ ਵਿਸਰਾਮ।
ਕਹਿੰਦੇ ਉਸ ਪਰਮਾਤਮਾ ਦੀ ਸੇਵਾ ਭਗਤੀ ਕਰੀਏ, ਉਸ ਪਰਮਾਤਮਾ ਦਾ ਨਾਮ ਜਪੀਏ। ਫਿਰ ਨਾਨਕ ਜੀ ਕਹਿੰਦੇ ਨੇ ਇਹ ਨਾਮ ਉਸ ਪੂਰੇ ਗੁਰੂ ਤੋਂ ਮਿਲਦਾ ਹੈ, ਔਰ ਜਿਸ ਜੀਵ ਨੂੰ ਮਿਲਦਾ ਹੈ ਉਹ ਫਿਰ ਆਨੰਦ ਵਿੱਚ, ਸੁੱਖ ਵਿੱਚ ਹੋ ਜਾਂਦਾ ਹੈ। ਸ਼ਲੋਕ ਪੂਰਨ ਕਭੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨ ਘਾਟ। ਜਿਸ ਜੀਵ ਨੂੰ ਕਹਿੰਦੇ ਉਸ ਪਰਮਾਤਮਾ ਨੇ ਪੂਰਨ ਕਰ ਦਿੱਤਾ, ਪਵਿੱਤਰ ਕਰ ਦਿੱਤਾ, ਉਹ ਕਹਿੰਦੇ ਫਿਰ ਮਾਇਆ ਦੇ ਹੱਥ ਚੜ੍ਹ ਕੇ ਫਿਰ ਨਹੀਂ ਡੋਲਦਾ ਹੈ। ਕਹਿੰਦੇ ਉਹਦਾ ਆਤਮਿਕ ਜੀਵਨ ਦਿਨ ਬ ਦਿਨ ਉੱਚਾ ਹੁੰਦਾ ਜਾਂਦਾ ਹੈ। ਫਿਰ ਕਹਿੰਦੇ ਉਹਨੂੰ ਕੋਈ ਆਤਮਿਕ ਘਾਟ ਨਹੀਂ ਪੈਂਦੀ। ਪੌੜੀ ਪੂਰਨ ਮਾਂ ਪੂਰਨ ਪ੍ਰਭ ਏਕ, ਕਰਨ ਕਾਰਨ ਸਮਰੱਥ, ਜੀ ਜੰਤ ਦਿਆਲ ਪੁਰਖ, ਸਭ ਉੱਪਰ ਜਾ ਕਾ ਹੱਥ। ਕਹਿੰਦੇ ਜਦੋਂ ਪੂਰਨਮਾਸ਼ੀ ਹੁੰਦੀ ਆ ਉਦੋਂ ਪੂਰਨ ਚੰਦਰਮਾ ਹੁੰਦਾ। ਇਸ ਤਰ੍ਹਾਂ ਕਹਿੰਦੇ ਪਰਮਾਤਮਾ ਇੱਕ ਹੈ ਤੇ ਉਹ ਸਭ ਕੁਝ ਕਰਨ ਸਮਰੱਥ ਹੈ। ਕਹਿੰਦੇ ਸਾਰੇ ਜੀ ਜੰਤ 'ਤੇ ਉਹ ਦਿਆਲ ਹੈ, ਸਾਰਿਆਂ ਦੇ ਉੱਪਰ ਹੀ ਉਹਦਾ ਹੀ ਆਸਰੇ ਵਾਲਾ ਹੱਥ ਹੈ। ਗੁਣ ਨਿਧਾਨ ਗੋਬਿੰਦ ਗੁਰ, ਕੀਆ ਜਾ ਕਾ ਹੋਏ, ਅੰਤਰ ਜਾਮੀ ਪ੍ਰਭ ਸੁਜਾਨ, ਅਲਖ ਨਿਰੰਜਨ ਸੋਏ। ਕਹਿੰਦੇ ਉਹ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਧਰਤੀ ਨੂੰ ਪਾਲਣਹਾਰ ਹੈ। ਕਹਿੰਦੇ ਜੋ ਕੁਛ ਵੀ ਹੋ ਰਿਹਾ ਹੈ ਸਭ ਕੁਛ ਉਹਦਾ ਕੀਤਾ ਹੀ ਸੰਸਾਰ 'ਚ ਹੋ ਰਿਹਾ ਹੈ। ਉਹ ਸਾਡੇ ਸਭ ਦੇ ਅੰਦਰ ਦੀ ਜਾਣਨ ਵਾਲਾ ਸਿਆਣਾ ਹੈ, ਔਰ ਉਹ ਗੁਰੂ ਦੀ ਮਦਦ ਤੋਂ ਬਿਨਾਂ ਲਖਿਆ ਨਹੀਂ ਜਾ ਸਕਦਾ, ਉਹਦਾ ਅਨੁਭਵ ਨਹੀਂ ਕੀਤਾ ਜਾ ਸਕਦਾ। ਉਹ ਆਪ ਮਾਇਆ ਤੋਂ ਨਿਰਲੇਪ ਹੈ। ਪਾਰ ਬ੍ਰਹਮ ਪਰਮੇਸ਼ਰੋ, ਸਭ ਬਿਦ ਜਾਣਨਹਾਰ, ਸੰਤ ਸਹਾਈ ਸਰਨ ਜੋਗ, ਆਠ ਪਹਿਰ ਨਮਸਕਾਰ। ਕਹਿੰਦੇ ਉਹ ਪਰਮਾਤਮਾ ਜੀਵਾਂ ਦੇ ਜੀਵਨ ਦੀ ਸਾਰੀ ਵਿਧੀ ਆਪ ਜਾਣਨਹਾਰ ਹੈ, ਕਿਉਂਕਿ ਆਪ ਕਰਨ ਕਾਰਨ ਸਮਰੱਥ ਹੈ। ਕਹਿੰਦੇ ਉਹ ਸੰਤਾਂ ਦਾ ਸਹਾਈ ਹੈ। ਉਹਦੀ ਕਹਿੰਦੇ ਸਰਨ 'ਚ ਜਾਇਆ ਜਾ ਸਕਦਾ ਹੈ, ਕਿਉਂਕਿ ਉਹ ਸਰਨਯੋਗ ਸਮਰੱਥ ਹੈ। ਕਹਿੰਦੇ ਅੱਠੇ ਪਹਿਰ ਉਸ ਪਰਮਾਤਮਾ ਨੂੰ ਨਮਸਕਾਰ ਕਰੀਏ, ਉਹਦਾ ਨਾਮ ਜਪੀਏ। ਅਕਥ ਕਥਾ ਨਹਿ ਬੂਝੀਐ, ਸਿਮਰੋ ਹਰਿ ਕੇ ਚਰਨ, ਪਤਿਤ ਉਧਾਰਨ ਅਨਾਥ ਨਾਥ, ਨਾਨਕ ਪ੍ਰਭ ਕੀ ਸਰਨ। ਕਹਿੰਦੇ ਉਹ ਪਰਮਾਤਮਾ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਕਹਿੰਦੇ ਉਹਦੀ ਕੀਮਤ ਜਾਣੀ ਨਹੀਂ ਜਾ ਸਕਦੀ, ਪਰ ਕਹਿੰਦੇ ਉਹਦੀ ਸੇਵਾ ਭਗਤੀ ਸਿਮਰਨ ਕੀਤਾ ਜਾ ਸਕਦਾ ਹੈ। ਕਹਿੰਦੇ ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਅਨਾਥਾਂ ਦਾ ਨਾਥ ਹੈ। ਨਾਨਕ ਜੀ ਕਹਿੰਦੇ ਆਓ ਪ੍ਰਭੂ ਦੀ ਸ਼ਰਨ ਪਈਏ। ਸ਼ਲੋਕ ਦੁਖ ਬਿਨ ਸੇ ਸਹਸਾ ਗਿਓ, ਸਰਨ ਗਹੀ ਹਰ ਰਾਏ, ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਫਿਰ ਉਹਦੀ ਸ਼ਰਨ ਆਉਣ ਦੇ ਨਾਲ ਕੀ ਹੁੰਦਾ? ਕਹਿੰਦੇ ਸਾਡੇ ਦੁੱਖ ਖਤਮ ਹੋ ਜਾਂਦੇ ਨੇ, ਸਾਡੇ ਸਹਿਮ ਖਤਮ ਹੋ ਜਾਂਦੇ ਨੇ। ਫਿਰ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਜੀਵ ਮਨ ਇੱਛਤ ਫਲ ਪਾ ਲੈਂਦਾ ਹੈ। ਪੌੜੀ ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਕਹਿੰਦੇ ਕੋਈ ਪਰਮਾਤਮਾ ਦੇ ਗੁਣ ਗਾਉਂਦਾ ਹੈ, ਕੋਈ ਸੁਣਦਾ ਹੈ, ਕੋਈ ਉਹਦੇ ਗੁਣਾਂ ਦੀ ਵਿਚਾਰ ਕਰਦਾ ਹੈ, ਕੋਈ ਕਹਿੰਦੇ ਉਹਦੇ ਗੁਣਾਂ ਨੂੰ ਦ੍ਰਿੜ ਕਰਕੇ ਅਪਣਾਉਂਦਾ ਹੈ, ਕੋਈ ਦੂਜਿਆਂ ਨੂੰ ਉਹਦੇ ਗੁਣਾਂ 'ਤੇ ਚੱਲਣ ਦੀ ਉਪਦੇਸ਼ ਦਿੰਦਾ ਹੈ। ਕਹਿੰਦੇ ਸਾਰਿਆਂ ਦਾ ਹੀ ਉਧਾਰ ਹੋ ਜਾਂਦਾ।
ਵਾਹਿਗੁਰੂ ਜੀ ਵਾਹਿਗੁਰੂ। ਕਿਲ ਵਿਖ ਕਾਟੈ ਹੋ ਨਿਰਮਲਾ, ਜਨਮ ਜਨਮ ਮਲ ਜਾਏ। ਹਾਲਤ ਪਲਤ ਮੁਖ ਉਜਲਾ, ਨਹਿ ਪੋਹੈ ਤਿਸ ਮਾਏ। ਫਿਰ ਜਿਹੜੇ ਜੀਵ ਕਹਿੰਦੇ ਉਹਦੇ ਗੁਣ ਗਾਉਂਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ, ਉਹਨਾਂ ਦੇ ਪਾਪ ਕੱਟੇ ਜਾਂਦੇ ਨੇ, ਉਹ ਪਵਿੱਤਰ ਹੋ ਜਾਂਦੇ ਨੇ, ਉਹਨਾਂ ਦੀ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਆ ਉਹਦੇ ਗੁਣ ਗਾਇਆਂ। ਉਹਨਾਂ ਦਾ ਜਿਹੜਾ ਲੋਕ ਵੀ ਸੁਹੇਲਾ ਹੋ ਜਾਂਦਾ, ਪਰਲੋਕ ਵਿੱਚ ਵੀ ਉਹਨਾਂ ਨੂੰ ਸੋਭਾ ਮਿਲਦੀ ਆ ਅਤੇ ਉਹਨਾਂ ਨੂੰ ਮਾਇਆ ਦਾ ਜਿਹੜਾ ਵਿਕਾਰ ਆ ਇਹ ਵੀ ਨਹੀਂ ਚਿੰਬੜਦਾ। ਸੋ ਸੁਰਤਾ ਸੋ ਬੈਸਨੋ, ਸੋ ਗਿਆਨੀ ਧਨਵੰਤ। ਸੋ ਸੂਰਾ ਕੁਲਵੰਤ ਸੋਏ, ਜਿਨ ਭਜਿਆ ਭਗਵੰਤ। ਕਹਿੰਦੇ ਜਿਸ ਨੇ ਉਸ ਪਰਮਾਤਮਾ ਦੀ, ਪਰਮੇਸ਼ਰ ਦੀ ਭਜਨ ਬੰਦਗੀ ਕੀਤੀ ਹੈ, ਉਹੀ ਕਹਿੰਦੇ ਉਹਦੇ ਵਿੱਚ ਸੁਰਤ ਜੋੜਨ ਵਾਲਾ ਬਣਦਾ ਹੈ, ਉਹੀ ਕਹਿੰਦੇ ਉਹਨੂੰ ਜਾਣਨ ਵਾਲਾ ਬਣਦਾ ਹੈ, ਉਹੀ ਕਹਿੰਦੇ ਧਨਾੜ ਬਣਦਾ ਹੈ, ਉਹੀ ਸੂਰਮਾ ਬਣਦਾ ਹੈ, ਉਹੀ ਉੱਚੀ ਕੁੱਲ ਵਾਲਾ ਬਣਦਾ ਹੈ। ਉਹਦੇ ਵਿੱਚ ਇੰਨੇ ਗੁਣ ਆ ਜਾਂਦੇ ਨੇ ਉਹਦਾ ਨਾਮ ਜਪਣ ਨਾਲ। ਖੱਤਰੀ ਬ੍ਰਾਹਮਣ ਸੂਦ ਬੈਸ, ਉਧਰੈ ਸਿਮਰ ਚੰਡਾਲ। ਜਿਨ ਜਾਣਿਓ ਪ੍ਰਭ ਆਪਨਾ, ਨਾਨਕ ਤਿਸੈ ਰਵਾਲ। ਕਹਿੰਦੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ, ਇਹ ਕੋਈ ਮਤਲਬ ਇਸ ਤਰ੍ਹਾਂ ਦਾ ਰੂਲ ਨਹੀਂ ਹੈਗਾ, ਕੋਈ ਨਿਯਮ ਨਹੀਂ ਹੈਗਾ ਕਿ ਆਹ ਜੀਵ ਹੀ ਜਪੇ ਪਰਮਾਤਮਾ ਦਾ ਨਾਮ ਤਾਂ ਉਹ ਤਰ ਸਕਦਾ ਹੈ। ਕਹਿੰਦੇ ਚਾਹੇ ਕੋਈ ਖੱਤਰੀ ਆ, ਚਾਹੇ ਕੋਈ ਬ੍ਰਾਹਮਣ ਆ, ਸੂਦ ਆ, ਬੈਸ ਆ, ਚੰਡਾਲ ਆ, ਕਹਿੰਦੇ ਕੋਈ ਵੀ ਆ, ਕਹਿੰਦੇ ਜਿਹਨੇ ਵੀ ਉਹਦਾ ਨਾਮ ਜਪ ਲਿਆ ਉਹ ਇਸ ਸੰਸਾਰ ਸਾਗਰ 'ਚੋਂ ਤਰ ਗਿਆ। ਸੰਸਾਰ ਸਾਗਰ 'ਚੋਂ ਤਰਨ ਦਾ ਮਤਲਬ ਹੈ ਸੰਗਤ ਜੀ ਕਿ ਉਹਦੇ ਵਿਕਾਰ ਛੁੱਟ ਜਾਂਦੇ ਨੇ, ਉਹਦਾ ਜਿਹੜਾ ਮਾਇਆ ਦੇ ਪਿੱਛੇ ਭੱਜ ਦੌੜ ਆ ਉਹ ਛੁੱਟ ਜਾਂਦੀ ਆ, ਉਹਦੇ ਮਨ ਨੂੰ ਆਨੰਦ ਆ ਜਾਂਦਾ, ਉਹ ਜੀਵਨ ਮੁਕਤ ਹੋ ਜਾਂਦਾ। ਜਿੱਦਾਂ ਕਹਿੰਦੇ ਨਾ ਵੀ ਜੀਵਤਿਆਂ ਜਿਹੜੀ ਮੁਕਤੀ ਮਿਲਦੀ ਆ ਇਹ ਹੈਗੀ ਆ। ਇੱਕ ਵਾਰ ਗੁਰਬਾਣੀ 'ਚ ਆਉਂਦਾ ਨਾ ਕਿ ਮਰਿਆ ਤਾਂ ਮੁਕਤੀ ਕਿਹਨੇ ਮਿਲਣੀ ਆ, ਮੁਕਤੀ ਤਾਂ ਉਹੀ ਆ ਜਿਹੜੀ ਜੀਵਦਿਆਂ ਮਿਲ ਜਾਂਦੀ ਆ। ਜੀਵਦਿਆਂ ਹੀ ਮੁਕਤੀ ਆ ਵੀ ਜਿਹੜੀ ਵਿਕਾਰਾਂ ਤੋਂ ਮੁਕਤੀ ਹੋ ਗਈ, ਮਾਇਆ ਦੇ ਜੰਜਾਲ ਤੋਂ ਹੋ ਗਈ, ਮੋਹ ਤੋਂ ਹੋ ਗਈ, ਲੋਭ ਮੋਹ ਹੰਕਾਰ ਤੋਂ ਹੋ ਗਈ, ਹੋਰ ਸੰਸਾਰਕ ਧੰਦਿਆਂ ਦੇ ਵਿੱਚ ਜ਼ਰੂਰਤ ਨਾਲੋਂ ਜ਼ਿਆਦਾ ਗਲਤਾਨ ਤੋਂ ਹੋ ਗਈ। ਇਹ ਮੁਕਤੀ ਆ ਕਿ ਜੀਵ ਆਨੰਦ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ, ਤ੍ਰਿਪਤੀ ਦੇ ਵਿੱਚ। ਫਿਰ ਨਾਨਕ ਜੀ ਕਹਿੰਦੇ ਨੇ ਵੀ ਜਿਸ ਜੀਵ ਨੇ ਵੀ ਪਰਮਾਤਮਾ ਦੇ ਨਾਲ ਜਾਣ ਪਛਾਣ ਕਰ ਲਈ, ਕਹਿੰਦੇ ਨਾਨਕ ਉਸ ਜੀਵ ਦੀ ਚਰਨ ਧੂੜ ਮੰਗਦਾ ਹੈ। ਕਿੱਡੀ ਵੱਡੀ ਗੱਲ ਹੈ। ਉਹ ਜੋ ਜਗਤ ਦਾ ਪਾਤਸ਼ਾਹ ਗੁਰੂ ਸਾਹਿਬਾਨ ਨੇ ਕਿੱਡੀ ਵੱਡੀ ਗੱਲ ਲਿਖਦੇ ਨੇ ਕਿ ਉਹ ਜੀਵ ਮਤਲਬ ਇੰਨੀ ਉੱਚੀ ਅਵਸਥਾ ਵਾਲਾ ਹੋ ਜਾਂਦਾ ਕਿ ਗੁਰੂ ਸਾਹਿਬਾਨ ਲਿਖਦੇ ਨੇ ਕਿ ਵੀ ਨਾਨਕ ਉਸ ਜੀਵ ਦੀ ਚਰਨ ਧੂੜ ਮੰਗਦਾ ਹੈ ਜਿਹਨੇ ਉਹਦਾ ਨਾਮ ਜਪ ਕੇ ਇਸ ਜ਼ਿੰਦਗੀ ਦਾ, ਇੱਥੇ ਆਉਣ ਦਾ ਮਕਸਦ ਸੀ ਜਿਹੜਾ, ਉਹਨੂੰ ਸਫਲ ਕਰ ਲਿਆ, ਉਹਦਾ ਨਾਮ ਜਪ ਲਿਆ। ਨਾਮ ਦੀ ਕਿੰਨੀ ਮਹਿਮਾ ਹੈ ਸੰਗਤ ਜੀ, ਸਾਰੀ ਮਹਿਮਾ ਹੀ ਨਾਮ ਦੀ ਹੈ। ਜਿੱਡਾ ਵੱਡਾ ਪਰਮਾਤਮਾ ਓਡਾ ਵੱਡਾ ਉਹਦਾ ਨਾਮ। ਜਿਹਨੇ ਪਰਮਾਤਮਾ ਦਾ ਨਾਮ ਜਪ ਲਿਆ ਉਹਦੀ ਪਰਮਾਤਮਾ ਨਾਲ ਜਾਣ ਪਛਾਣ ਹੋ ਜਾਂਦੀ ਆ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੇਕਾਂ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ, ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।